पौड़ी 17वीं वार 17वीं। उज्जल कहना चिलकना थाली जेवन जूठी होवै जूठ सवाहू मांजिया गंगा जल अंदर लै धोवै। वाहिगुरु जी का खालसा वाहिगुरु जी की फतेह। उज्जल कहना चिलकना थाली जेवन जूठी होवै। ਭਾਈ ਗੁਰਦਾਸ ਜੀ ਇਸ 17ਵੀਂ ਪੌੜੀ ਦੇ ਵਿੱਚ ਮਨਮੁਖਾਂ ਦੀ ਇੱਕ ਦਸ਼ਾ ਨੂੰ ਸਮਝਾਉਂਦੇ ਆ। ਕਹਿੰਦੇ ਦੇਖੋ ਜਿਵੇਂ ਇੱਕ ਕੱਪ ਹੁੰਦਾ ਹੈ ਜਿਹਨੂੰ ਕੇਹਾਂ ਕਹਿੰਦੇ ਆ ਕੱਪ, ਦੂਜਾ ਹੁੰਦਾ ਹੈ ਜਿਹੜਾ ਹਨ ਸੰਖ, ਜਿਹੜਾ ਸੰਖ ਹੈ ਕੌਂਚ ਵੀ ਕਹਿ ਲਈਏ ਸ਼ੈਲ ਕਹਿ ਲਈਏ। ਕਹਿੰਦੇ ਇਹ ਜਿਹੜਾ ਹਨ ਇਹਨੂੰ ਵਰਤ ਕੇ ਇਹ ਦੋ ਚੀਜ਼ਾਂ ਨੂੰ ਲੈ ਕੇ ਭਾਈ ਗੁਰਦਾਸ ਜੀ ਇੱਕ ਮਨਮੁਖ ਦੀ ਦਸ਼ਾ ਨੂੰ ਸਮਝਾਉਂਦੇ ਹਨ ਫਰੋਮ ਟੂ ਡਿਫਰੈਂਟ ਪਰਸਪੈਕਟਿਵ। ਇੱਕ ਕੱਪ ਦੀ ਜਿਹੜਾ ਹਨ ਉਹ ਪਰਸਪੈਕਟਿਵ ਲਈ ਹੈ, ਇੱਕ ਕੌਂਚ ਦੀ ਉਹਦੀ ਪਰਸਪੈਕਟਿਵ ਲਈ ਹੈ। ਭਾਈ ਗੁਰਦਾਸ ਜੀ ਨੇ ਇੱਥੇ ਆਪਾਂ ਨੂੰ ਸਮਝਾਇਆ ਕਿ ਮਨਮੁਖ ਜਿਹੜਾ ਨਾ ਇੱਕ ਸਲਿਪਰੀ ਗਰਾਊਂਡ ਤੇ ਚੱਲਦਾ ਹੈ, ਉਹਦਾ ਆਪਣੇ ਆਪ ਦੇ ਵਿੱਚ ਕੁਝ ਵੀ ਨਹੀਂ ਹੁੰਦਾ, ਮਤਲਬ ਕਿ ਉਹ ਆਪਣੇ ਆਪ ਨੂੰ ਇਮੀਟੇਟ ਕਰਦਾ ਹੈ। ਸੋ ਇਮੀਟੇਸ਼ਨ ਦੇ ਵਿੱਚ ਬੰਦਾ ਕੀ ਕਰਦਾ ਹੈ, ਉਹ ਆਪਣੇ ਆਪ ਨੂੰ ਹੀ ਭੁੱਲ ਜਾਂਦਾ ਹੈ। ਹੀ ਫੋਰਗੇਟਸ ਦ ਰੀਅਲ ਆਫ ਹਿਮ। ਸੋ ਇੱਥੇ ਭਾਈ ਗੁਰਦਾਸ ਜੀ ਕਹਿੰਦੇ ਹਨ ਜੇ ਵੀ ਇਹ ਦੋ ਚੀਜ਼ਾਂ ਨੂੰ ਲੈ ਕੇ ਇੱਕ ਸਿੱਖ ਜਾਂ ਇੱਕ ਗੁਰੂ ਤੋਂ ਆਪਾਂ ਨੂੰ ਕੀ ਸਿੱਖਿਆ ਲੈਣੀ ਚਾਹੀਦੀ ਹੈ। ਉਜਲ ਕਹਿਣਾ ਚਿਲਕਣਾ। ਦੇਖੋ ਉਜਲ ਕਹਿਣਾ ਚਿਲਕਣਾ ਕਹਿੰਦੇ ਜੇ ਕਾਪਰ ਨੂੰ ਤੁਸੀਂ ਪੋਲਿਸ਼ ਕਰ ਲਓ ਉਹ ਬਹੁਤ ਚਿਲਕਦਾ ਹੈ, ਉਹ ਚਮਕ ਮਾਰਦਾ ਹੈ। ਥਾਲੀ ਜੇਵਨ ਝੂਠੀ ਹੋਵੇ। ਪਰ ਕਹਿੰਦੇ ਜਦੋਂ ਉਹਨੂੰ ਕਾਪਰ ਦੀ ਥਾਲੀ ਦੇ ਵਿੱਚ ਜੇ ਕੋਈ ਖਾਣਾ ਖਾਵੇ ਤਾਂ ਫਿਰ ਉਹ ਖਾਣਾ ਝੂਠਾ, ਜਿਹੜਾ ਉਹ ਥਾਲੀ ਝੂਠੀ ਹੋ ਜਾਂਦੀ ਹੈ। ਮਤਲਬ ਕਿ ਥਾਲੀ ਵਿੱਚ ਖਾਣਾ ਖਾਧਾ, ਜਿਹੜੇ ਥਾਲੀ ਸੀਗੀ ਕਾਪਰ ਦੀ ਬਣੀ ਹੋਈ ਉਹ ਝੂਠੀ ਹੋ ਗਈ। ਹੁਣ ਝੂਠ ਸਵਾਹੂ ਮਾਂਜੀਐ। ਫਿਰ ਉਹ ਝੂਠ ਨੂੰ ਮਾਂਜਣ ਵਾਸਤੇ ਕੀ ਕੀਤਾ ਜਾਂਦਾ ਹੈ, ਉਹ ਸਮਿਆਂ ਦੀਆਂ ਗੱਲਾਂ ਨੇ। ਭਾਈ ਗੁਰਦਾਸ ਜੀ ਕਹਿੰਦੇ ਉਹਨੂੰ ਮਾਂਜਿਆ ਜਾਂਦਾ। ਹੁਣ ਮਾਂਜਣਾ ਜਿਹੜਾ ਹੈ, ਚਾਹੇ ਤਾਂ ਤੁਸੀਂ ਰੇਤ ਲੈ ਲਓ, ਸੈਨ ਲੈ ਲਓ, ਤੇ ਅੱਜ ਕੱਲ ਆਪਾਂ ਸੋਪ ਲੈਂਦੇ ਹਾਂ। ਸੋ ਚਾਹੇ ਤੁਸੀਂ ਸੋਪ ਲੈ ਕੇ ਚਾਹੇ ਸੈਨ ਲੈ ਕੇ ਉਹਨੂੰ ਮਾਂਜੋ, ਹੁਣ ਉਹਨੂੰ ਸਾਫ਼ ਕਰੋ। ਗੰਗਾ ਜਲ ਅੰਦਰ ਲੈ ਧੋਵੇ। ਭਾਵੇਂ ਤੁਸੀਂ ਉਹ ਜਿਹੜਾ ਹਨ ਬ੍ਰੌਂਸ ਨੂੰ ਹੁਣ ਧੋ ਕੇ ਵਿੱਚੋਂ ਮੈਲ ਕੱਢ ਕੇ ਮਾਂਜ ਕੇ ਉਹਨੂੰ ਤੁਸੀਂ ਗੰਗਾ ਵਿੱਚ ਲੈ ਕੇ ਚਲੇ ਜਾਓ, ਗੰਗਾ ਰਿਵਰ ਦੇ ਵਿੱਚ ਜਾ ਕੇ ਉਹਨੂੰ ਧੋਣਾ ਵੀ ਕਰੋ। ਬਾਹਰ ਸੁੱਚਾ ਧੋਤਿਆਂ। ਦੇਖੋ ਹੁਣ ਬਾਹਰੋਂ ਉਹ ਕਾਪਰ ਦੀ ਪਲੇਟ ਜਿਹੜੀ ਹੈ ਤੁਹਾਨੂੰ ਸਵੱਛ ਲੱਗੇਗੀ, ਸਾਫ਼ ਲੱਗੇਗੀ, ਵੀ ਮੁੜ ਕੇ ਚਿਲਕਣ ਲੱਗੀ, ਸ਼ਾਈਨ ਆ ਗਈ, ਇਜ਼ ਗੁੱਡ, ਇਟ ਲੁਕਸ ਕਲੀਨ। ਹਾਂਜੀ ਅੰਦਰ ਕਾਲਖ ਅੰਤ ਵਿਗੋਵੇ। ਪਰ ਹੁਣ ਕੀ ਕਰੋ, ਤੁਸੀਂ ਉਹਨੂੰ ਫੇਰ ਮਾਂਜੋ। ਜੇ ਸਾਫ਼ ਕੀਤੀ ਹੋਈ ਨੂੰ ਤੁਸੀਂ ਮਾਂਜ ਕੇ ਦੇਖੋ, ਅੰਦਰੋਂ ਕਾਲਖ, ਉਹਦੇ ਅੰਦਰੋਂ ਫੇਰ ਕਾਲਾਪਣ ਨਿਕਲਣਾ ਹੈ। ਕੱਪ ਐਸੀ ਚੀਜ਼ ਹੈ ਜਿਹਨੂੰ ਮਾਂਜੀ ਜਾਓ, ਅੰਦਰੋਂ ਜਿਹੜਾ ਹੈ ਉਹਦੇ ਵਿੱਚੋਂ ਬ੍ਰੌਂਸ ਜਿਹੜਾ ਹੁੰਦਾ ਉਹਦੇ ਵਿੱਚੋਂ ਕਾਲਖ ਨਿਕਲਣੀ ਹੈ, ਨਿਕਲੀ ਜਾਂਦੀ ਹੈ। ਮਨ ਝੂਠੇ ਤਨ ਝੂਠ ਹੈ। ਦੇਖੋ ਮਨ ਝੂਠੇ ਕਹਿੰਦੇ ਤਨ ਝੂਠ, ਕਹਿੰਦੇ ਹੁਣ ਜਿਹੜਾ ਹਨ ਇੱਥੇ ਭਾਈ ਗੁਰਦਾਸ ਜੀ ਕਹਿੰਦੇ ਹਨ। ਦੇਖੋ ਪਹਿਲੀ ਗੱਲ ਤਾਂ ਇਹ ਹੈ ਜਿਵੇਂ ਗੁਰਬਾਣੀ ਚ ਆਉਂਦਾ ਉਜਲ ਕਹਿਹਾਂ ਚਿਲਕਣਾ ਘੋਟਿਮ ਕਾਲੜੀ ਮਸ। ਕਹਿੰਦੇ ਦੇਖੋ ਇਹ ਜਿਹੜਾ ਬ੍ਰੌਂਸ ਹੁੰਦਾ ਇਹਦੇ ਵਿੱਚ ਕੀ ਗੱਲ ਹੁੰਦੀ ਹੈ। ਕਹਿੰਦੇ ਕਿੰਨਾ ਮਰਜੀ ਇਹਨੂੰ ਘੋਟ ਲੋ, ਇਹਨੂੰ ਕਰ ਲੋ, ਇਹਦੇ ਵਿੱਚੋਂ ਮੈਲੇ ਨਿਕਲਣੀਆਂ, ਧੋਤੀਆਂ ਝੂਠ ਨਾ ਉਤਰੈ ਜੇ 100 ਧੋਵਾਂ ਤਿਸ। ਕਹਿੰਦੇ ਜਿੰਨਾ ਮਰਜੀ ਧੋ ਲੋ ਇਹਦੇ ਵਿੱਚੋਂ ਮੈਲ ਨਹੀਂ ਜਾਣੀ। ਹੁਣ ਇਹਦੇ ਵਿੱਚ ਜਿਹੜਾ ਹੈ ਦੂਜਾ ਐਗਜ਼ਾਮਪਲ ਕੌਂਚਤਾ ਲੈਂਦੇ ਨੇ, ਉਹ ਜਿਹੜਾ ਸੰਖ ਹੁੰਦਾ ਹੈ ਉਹਦਾ ਐਗਜ਼ਾਮਪਲ ਲੈ ਕੇ ਕਹਿੰਦੇ ਹਨ ਮਨ ਝੂਠੈ ਤਨ ਝੂਠ ਹੈ। ਦੇਖੋ ਮਨ ਝੂਠਾ ਤਨ ਵੀ ਝੂਠਾ। ਹੁਣ ਇਹ ਕੌਂਚ ਜਿਹੜਾ ਹੁੰਦਾ ਤੁਹਾਨੂੰ ਪਤਾ ਹੀ ਅੰਦਰੋਂ ਖਾਲੀ ਹੁੰਦਾ ਹੈ, ਇਹਨੂੰ ਸਮੁੰਦਰ ਵਿੱਚੋਂ ਕੱਢਿਆ ਜਾਂਦਾ ਹੈ ਤੇ ਇਹਨੂੰ ਮੰਦਰਾਂ ਦੇ ਵਿੱਚ ਵਜਾਇਆ ਜਾਂਦਾ ਹੈ, ਜਾਂ ਸੰਖ ਨੂੰ ਜਿਹੜਾ ਜਿਵੇਂ ਐਲਾਮ ਹੁੰਦੀ ਹੈ ਜਾਂ ਕੌਲ ਜਿਹੜਾ ਹੈ ਹੁੰਦਾ ਹੈ ਇਹਨੂੰ ਵਰਤਿਆ ਜਾਂਦਾ ਸੰਖ ਨੂੰ, ਸੰਖ ਜ਼ੋਰ ਦੀ ਵਜਾਇਆ ਜਾਂਦਾ ਹੈ। ਸੋ ਇਹ ਸੰਖ ਜਿਹੜਾ ਹੁੰਦਾ ਕਹਿੰਦੇ ਮਨ ਝੂਠੇ, ਇਹਦਾ ਮਨ ਝੂਠਾ ਹੁੰਦਾ ਤੇ ਇਹਦਾ ਤਨ ਵੀ ਝੂਠਾ ਹੁੰਦਾ। ਤਨ ਕਿਉਂ ਝੂਠਾ ਹੈ, ਜਦੋਂ ਆਪਾਂ ਇਹਨੂੰ ਬਲੋ ਕਰਨਾ ਹੈ ਬੰਦੇ ਦੇ ਜਿਹੜਾ ਥੁੱਕ ਹੁੰਦਾ ਹੈ ਨਾ, ਸਲਾਈਵਰ ਜਿਹੜਾ ਇਹਦੇ ਵਿੱਚ ਡਿੱਗ ਪੈਂਦਾ ਹੈ, ਕਿਉਂਕਿ ਜ਼ੋਰ ਦੀ ਵਜਾਉਣਾ ਪੈਂਦਾ ਹੈ, ਜ਼ੋਰ ਲਾਉਣਾ ਪੈਂਦਾ, ਉਹਦੇ ਵਿੱਚ ਥੁੱਕ ਪੈ ਜਾਂਦਾ ਹੈ, ਉਹਦੇ ਕਰਕੇ ਇਹ ਝੂਠਾ ਹੈ। ਥੁੱਕ ਪਵੈ ਮੋਹੇ ਵੱਜੈ ਰੋਵੈ। ਦੇਖੋ ਇਹ ਜਿਹੜਾ ਹਨ ਥੁੱਕ ਪੈਣ ਕਰਕੇ ਜਦੋਂ ਇਹਨੂੰ ਵਜਾਉਂਦੇ ਆ ਬੰਦੇ ਦਾ ਸਲਾਈਵਰ ਵਿੱਚ ਪੈਂਦਾ ਹੈ ਤਾਂ ਫਿਰ ਕੀ ਹੁੰਦਾ, ਕਹਿੰਦੇ ਇਹ ਫਿਰ ਜਦੋਂ ਵੱਜਦਾ ਇਹਦੀ ਆਵਾਜ਼ ਆਉਂਦੀ ਜਿਵੇਂ ਰੋਂਦਾ ਹੁੰਦਾ ਹੈ। ਇਹ ਕੌਂਚ ਦੀ ਜਿਹੜੀ ਆਵਾਜ਼ ਆ ਰੋਣ ਦੀ ਆਵਾਜ਼ ਹੁੰਦੀ ਹੈ ਤੇ ਕਹਿੰਦੇ ਵਿਚਾਰਾ ਰੋ ਰਿਹਾ ਹੈ ਵੀ ਦੇਖੋ ਮੈਂ ਝੂਠਾ ਹੋ ਗਿਆ, ਮੈਂ ਸਮੁੰਦਰ ਤੋਂ ਨਿਕਲ ਕੇ ਆਇਆ, ਚੰਗਾ ਭਲਾ ਸੀਗਾ, ਮੈਨੂੰ ਇੱਥੇ ਆ ਕੇ ਮੈਨੂੰ ਝੂਠਾ ਕਰਤਾ ਇਹਨਾਂ ਨੇ, ਹਾਂਜੀ ਵਿੱਚ ਥੁੱਕ ਪਾਤੀ ਮੇਰੇ। ਤੇ ਇਸ ਕਰਕੇ ਕਹਿੰਦੇ ਜਦੋਂ ਵੱਜਦਾ ਵੀ ਹੈ ਨਾ ਰੋਣ ਦੀ ਆਵਾਜ਼ ਦਿੰਦਾ ਹੈ। ਸਾਧ ਸੰਗਤ ਗੁਰ ਸ਼ਬਦ ਸੁਣ। ਦੇਖੋ ਇਸੇ ਤਰ੍ਹਾਂ ਹੀ ਸਾਧ ਸੰਗਤ ਵਿੱਚ ਗੁਰੂ ਦਾ ਸ਼ਬਦ ਸੁਣ ਕੇ ਕਪਟ ਸਨੇਹੀ ਗੱਲਾਂ ਗੋਵੈ। ਦੇਖੋ ਕਪਟ ਸਨੇਹੀ ਜਿਹੜੇ ਕਪਟ ਨਾਲ ਪ੍ਰੇਮ ਕਰਨ ਵਾਲੇ ਨੇ, ਕਪਟੀ
ਬੰਦੇ ਹੁੰਦੇ ਨੇ ਧੋਖੇਦਾਰ ਬੰਦੇ ਹੁੰਦੇ, ਅਨਸਿੰਸੀਅਰ, ਜਿਨ੍ਹਾਂ 'ਚ ਸਿੰਸੀਅਰਿਟੀ ਨਹੀਂ ਹੁੰਦੀ, ਕਹਿੰਦੇ ਉਹ ਕੀ ਕਰਦੇ ਨੇ, ਗੱਲਾਂ ਗੋਆ, ਉਹ ਗੱਲਾਂ ਹੀ ਮਠੋਰਦੇ ਰਹਿੰਦੇ ਨੇ, ਉਹ ਬੈਠੇ ਗੱਲਾਂ ਹੀ ਕਰਦੇ ਨੇ, ਉਹ ਗੱਲਾਂ ਕਰੀ ਜਾਂਦੇ ਨੇ, ਯਾ ਦਿਸ ਨਾ ਇਸ ਲਾਈਕ ਦੈਟ, ਦਸਮ ਗ੍ਰੰਥ ਨੈਵਰ, ਗੁਰੂ ਗੋਬਿੰਦ ਸਿੰਘ ਨੈਵਰ ਰਾਈਟ, ਹਾਊ ਕੈਨ ਹੀ ਰਾਈਟ, ਆਈ ਕੈਨੋਟ ਰਾਈਟ ਹਾਊ ਗੁਰੂ ਗੋਬਿੰਦ ਸਿੰਘ ਰੋਟ, ਕੈਨੋਟ, ਹਾਂਜੀ see my life I never even wrote one letter until today, how Guru Gobind Singh can write Dasam Granth, cannot be ਹਾਂਜੀ ਨਹੀਂ ਹੋਣਾ ਜੀ, ਹਾਂਜੀ how this thing, how that one, ਹਾਂਜੀ Guru Arjan Dev Ji never wrote Ragmala, he never wrote, how why one write Ragmala, he never asked me also before writing, ਹਾਂਜੀ ਸੋ ਇਹ ਜਿਹੀਆਂ ਗੱਲਾਂ ਗੋਬਦੇ ਹਨ। ਉਹ ਕਹਿੰਦੇ ਜੀ ਇਹ ਨਹੀਂ ਹੋ ਸਕਦਾ, ਉਹ ਨਹੀਂ ਹੋ ਸਕਦਾ, ਜੇ ਕਹਦੇ ਮਹਾਰਾਜ ਨੇ ਇਹ ਕੀਤਾ, ਨਹੀਂ ਮਹਾਰਾਜ ਨੇ ਕਰ ਹੀ ਨਹੀਂ ਸਕਦੇ, ਮਹਾਰਾਜ ਨੇ ਕਿਉਂ ਐ ਕਰਨਾ ਸੀ, ਹਾਂਜੀ ਹੁਣ ਉਹ ਮਹਾਰਾਜ ਹੋਏ ਤਾਂ ਮਹਾਰਾਜ ਤੋਂ ਵੱਡੇ ਹੋਏ, ਹੁਣ ਹੀ ਨਹੀਂ ਮੈਨੂੰ ਸਮਝ ਆਉਂਦੀ, ਹਾਂਜੀ ਕਹਿੰਦੇ ਉਹ ਗੱਲਾਂ ਗੋਵ ਹੈ, ਉਹ ਗੱਲਾਂ ਕਰਦੇ ਨੇ ਵੱਡੀਆਂ ਵੱਡੀਆਂ, ਹਾਂਜੀ ਸਿੱਖ ਹਾਂ, ਵੀ ਹੈਵ ਟੂ ਬੀ ਵੈਰੀ we have to be careful, we have to be very enlightened, we have to be this, we have to ਹਾਂਜੀ ਦਰਬਾਰ ਸਾਹਿਬ ਤੋਂ ਨਿਕਲਦੇ ਨਹੀਂ, ਜਿਹੜਾ ਹਨ ਮੁਰਗਾ ਮੂੰਹ 'ਚ ਹੁੰਦਾ ਹੈ, ਹਾਂਜੀ ਹੱਡੀਆਂ ਲੈ ਕੇ ਹੱਥ ਵਿੱਚ ਤੁਰੇ ਫਿਰਦੇ ਨੇ, ਮਾਸ ਖਾਂਦੇ, ਤੇ ਇੱਕ ਗਲਾਸ ਸ਼ਰਾਬ ਹੁੰਦੀ ਆ, ਇੱਕ ਹੱਥ ਵਿੱਚ ਮਾਸ ਹੁੰਦਾ ਹੈ, ਗੁਰੂ ਨਾਨਕ ਹਾਊ ਕੈਨ ਸਟਾਪ ਦ ਸਟੋਨ ਲਾ, ਕਹਿਣਾ ਲਾ ਪੰਜਾ ਸਾਹਿਬ ਕੋਲ ਕਹਿਣਾ ਲਾ, ਹੱਥ ਵਿੱਚ ਸ਼ਰਾਬ, ਦੂਜੇ ਹੱਥ ਵਿੱਚ ਮਾਸ, ਹਾਂਜੀ ਬੈਠੇ ਹੁੰਦੇ ਨੇ ਗੱਲਾਂ ਕਰਦੇ, ਹਾਂਜੀ ਇਹ ਨਹੀਂ ਹੋ ਸਕਦਾ। ਕਈ ਤਾਂ ਇਹ ਵੀ ਨੇ ਜਿਹੜਾ ਹਨ ਪੱਬ ਵਿੱਚ ਬੈਠੇ ਗੁਰਦੁਆਰੇ ਦੀ ਮੀਟਿੰਗ ਕਰਦੇ ਹੁੰਦੇ ਨੇ, ਹਾਂਜੀ ਗੁਰਦੁਆਰਾ ਸੋ ਦੇਗ ਹੂ ਸ਼ੁਡ ਮੇਕ ਦੇਗ, ਆਪ ਨਸ਼ਾ ਪੀਂਦੇ ਹੁੰਦੇ ਨੇ, ਗੱਲਾਂ ਦੇਗ ਦੀਆਂ ਕਰਦੇ ਨੇ, ਹਾਂਜੀ ਸੋ ਗੁਰਦੁਆਰੇ ਦਾ ਸੇਵਾ ਸਮਾਪਤੀ ਸੇਵਾ ਹੂ ਵਾਂਟ ਟੂ ਡੂ, ਸ਼ਰਾਬ ਹੱਥ ਵਿੱਚ ਸਮਾਪਤੀ, ਮਹਾਰਾਜ ਕਿਆ ਕਰੇ ਤੁਹਾਡੀ ਸਮਾਪਤੀ ਕਰ ਦੇਵੇ, ਮੈਂ ਕਹਿੰਦਾ ਹਾਂਜੀ ਜਿਹੜਾ ਤੁਹਾਡੀਆਂ ਗੱਲਾਂ ਦੀਆਂ ਗੱਲਾਂ ਹੀ ਰਹਿ ਜਾਵੇ। ਸੋ ਕਹਿੰਦੇ ਗੱਲਾਂ ਮਠੋਰਦੇ ਨੇ, ਬੜੇ ਸਿਆਣੇ ਬਣਦੇ ਨੇ, ਇਹ ਹੋਊਗਾ ਜੀ ਉਹ ਹੋਊਗਾ, ਹਾਂਜੀ ਗੁਰਦੁਆਰੇ 'ਚ ਇਹ ਹੋਣਾ ਚਾਹੀਦਾ, ਉਹ ਹੋਣਾ ਚਾਹੀਦਾ ਹੈ। ਸੋ ਇਉਂ ਕਰਕੇ ਜਿਹੜੇ ਹਨ ਇਹ ਕਪਟ ਸਨੇਹੀ ਹਨ। ਜਿਵੇਂ ਬ੍ਰੌਂਸ ਹੁੰਦਾ ਹੈ, ਚਾਹੇ ਕਾਪਰ ਲੈ ਲਓ ਚਾਹੇ ਬ੍ਰੌਂਸ ਲੈ ਲਓ, ਉਹਨੂੰ ਮਲੀ ਜਾਓ ਵਿੱਚੋਂ ਮੈਲੇ ਨਿਕਲਣੀ ਆ, ਉੱਤੋਂ ਤਾਂ ਬੜੇ ਚਿਲਕਣੇ ਜੇ ਲੱਗਦੇ ਨੇ, ਪ੍ਰਧਾਨ ਬਣ ਕੇ ਖੜ ਜਾਂਦੇ ਨੇ, ਸਕੱਤਰ ਬਣ ਕੇ ਖੜ ਜਾਂਦੇ ਨੇ, ਇਹ ਅੱਜ ਅਸੀਂ ਉਹ ਆ ਜਿਹੜਾ ਹਨ। ਕਈ ਫਿਰ ਐਸੇ ਜਿਹੜੇ ਹਨ ਆਪਣੇ ਆਪ ਨੂੰ ਬਾਬੇ ਬਣਾ ਕੇ ਬਹਿ ਜਾਂਦੇ ਨੇ, ਉਹ ਵੀ ਘੱਟ ਨਹੀਂ ਹੁੰਦੇ, ਕਹਿੰਦੇ ਉਹ ਜਿਹੜੇ ਹਨ ਅੰਦਰ ਤਾਂ ਉੱਤੋਂ ਤਾਂ ਬਹੁਤ ਚਿਲਕਣੇ ਹੁੰਦੇ ਨੇ, ਪਰ ਅੰਦਰ ਤਾਂ ਸਾਰੀ ਮੈਲੇ ਮੈਲ ਹੈ। ਜਿਵੇਂ ਕਹਿੰਦੇ ਉਹ ਸੰਖ ਹੈ ਨਾ, ਉਹ ਵੱਜਦਾ ਕਹਿੰਦੇ ਅੰਦਰੋਂ ਝੂਠਾ ਹੋ ਜਾਂਦਾ ਹੈ, ਉਹਨਾਂ ਦੇ ਅੰਦਰ ਹੰਕਾਰ ਰੂਪੀ ਜਿਹੜਾ ਸਲਾਈਵਾ ਉਹ ਪੈ ਜਾਂਦਾ ਹੈ, ਉਹ ਝੂਠਾ ਹੈ। ਪਰ ਕਹਿੰਦੇ ਇੱਕ ਗੱਲ ਆ, ਸੰਖ ਦੇ ਵਿੱਚ ਉਹ ਵਿਚਾਰਾ ਰੋਂਦਾ ਹੈ, ਫਿਰ ਵੀ ਉਹਨੂੰ ਪਤਾ ਵੀ ਮੇਰੇ ਸਮੁੰਦਰ ਤੋਂ ਵਿਛੜ ਕੇ ਮੇਰਾ ਇਹ ਹਾਲ ਹੋਇਆ। ਪਰ ਕਹਿੰਦੇ ਇਹਨਾਂ ਨੂੰ ਤਾਂ ਇਹ ਵੀ ਨਹੀਂ ਪਤਾ ਲੱਗਦਾ ਮਨਮੁੱਖਾਂ ਨੂੰ, ਗੱਲੀ ਤ੍ਰਿਪਤ ਨਾ ਹੋਵਈ। ਤੇ ਭਾਈ ਗੁਰਦਾਸ ਜੀ ਕਹਿੰਦੇ ਗੱਲਾਂ ਨਾਲ ਕੰਮ ਨਹੀਂ ਬਣਨਾ, ਗੱਲਾਂ ਨਹੀਂ ਕਰ ਜਾ ਯੂ ਨੋ ਹਾਊ ਟੂ ਮੀਟ ਗੋਡ, ਯੂ ਹੈਵ ਟੂ ਡੂ ਸਿਮਰਨ, ਸਿਮਰਨ ਇਹ ਕਰਨਾ ਚਾਹੀਦਾ ਜੀ, ਯੂ ਹੈਵ ਟੂ ਪੁੱਲ ਵਾਹੇ ਲੈਟ ਗੋ ਗੁਰੂ, ਬੜੇ ਸਿਆਣੇ ਹੁੰਦੇ ਨੇ, ਵੱਡੀਆਂ ਵੱਡੀਆਂ ਗੱਲਾਂ ਕਰਨੀਆਂ, ਫਲਾਣਾ ਸੰਤ ਹਿੱਸੇ ਲੈਦਾ, ਫਲਾਣਾ ਉਹ ਸਾਰੀ ਦੁਨੀਆ ਨੂੰ ਨਾ ਇੱਕ ਮੇਜ਼ ਤੇ ਇਕੱਠਾ ਕਰ ਦਿੰਦੇ ਨੇ, ਇੱਕ ਗਲਾਸ ਚਾਹ ਦੀ ਨਹੀਂ ਮੁੱਕਦੀ ਹੁੰਦੀ ਹਜੇ ਤੱਕ, ਉਹਨੇ ਸਾਰੀ ਦੁਨੀਆ ਘੁੰਮ ਲਈ ਹੁੰਦੀ ਹੈ, ਸਾਰੀਆਂ ਗੱਲਾਂ। ਕਹਿੰਦੇ ਗੱਲਾਂ ਨਾਲ ਕੋਈ ਤ੍ਰਿਪਤ ਨਹੀਂ ਹੁੰਦਾ। ਭਾਈ ਗੁਰਦਾਸ ਨੇ ਸਿੱਧੀ ਗੱਲ, ਸਿੱਧਾ ਐਗਜ਼ਾਮਪਲ ਹੈ ਇਹ, ਖੰਡ ਖੰਡ ਕਰ ਸਾਉ ਨਾ ਭੋਵੈ। ਦੇਖੋ ਕਹਿੰਦੇ ਕੋਈ ਬੰਦਾ ਬੈਠ ਕੇ ਨਾ ਖੰਡ ਉਹਦਾ ਮੂੰਹ ਤਾਂ ਨਹੀਂ ਮਿੱਠਾ ਹੋ ਜਾਣਾ, ਖੰਡ ਕਰੀ ਜਾ, ਉਹ ਮੂੰਹ ਤਾਂ ਮਿੱਠਾ ਉਦੋਂ ਹੋਊਗਾ ਜੋ ਖੰਡ ਤੇਰੇ ਮੂੰਹ 'ਚ ਪਏਗੀ। ਕਹਿੰਦੇ ਬੰਦੇ ਖੰਡ ਕਰੀ ਜਾਂਦੇ ਨੇ, ਕਹੀ ਜਾਂਦੇ ਨੇ ਜੀ ਯੂ ਨੋ ਹਾਊ ਟੂ ਡੂ ਸਿਮਰਨ ਜੀ, ਜਿਸ ਵਾਲੇ ਸਿਮਰਨ ਕਰਨਾ ਕੋਈ ਨਹੀਂ, ਗੱਲਾਂ ਹੀ ਕਰਨੀਆਂ ਨੇ, ਹਾਂਜੀ ਸਾਰਿਆਂ ਨੂੰ ਪੁੱਛੀ ਜਾਣਾ ਵੀ ਕਿਵੇਂ ਕਰਨਾ। ਇਹ ਹਮ ਨਹੀਂ ਬਾਣੀ ਟੂਰੀ ਡੱਡੇ ਆ, ਉਹਦਾ ਤਾਂ ਜਪਜੀ ਸਾਹਿਬ ਨਹੀਂ ਹੁੰਦਾ, ਗੱਲਾਂ ਐਂ ਕਰਦੇ ਨੇ ਜਿਵੇਂ ਪਤਾ ਨਹੀਂ ਸਾਰੀ ਜਿਹੜਾ 5 ਗ੍ਰੰਥੀ 10 ਗ੍ਰੰਥੀ ਕਰਕੇ ਘਰੋਂ ਤੁਰੇ ਹੁੰਦੇ ਨੇ, ਹਾਂਜੀ ਗੱਲਾਂ ਐਡੀਆਂ ਕਰਦੇ ਨੇ ਤੇ ਕਰਦੇ ਕੁਝ ਵੀ ਨਹੀਂ ਹੈਗੇ। ਸੋ ਉਹਨਾਂ ਦਾ ਹਾਲ ਇਹ ਹੈ, ਕਹਿੰਦੇ ਵੀ ਖੰਡ ਕਰੀ ਜਾਓ, ਮੂੰਹ ਮਿੱਠਾ ਨਹੀਂ ਹੋਣਾ। ਭਾਈ ਗੁਰਦਾਸ ਜੀ ਕਹਿੰਦੇ ਭਾਈ ਜੇ ਸਿਮਰਨ ਕਰਨਾ, ਸਿਮਰਨ ਕਰਕੇ ਤਾਂ ਦੇਖੋ ਫੇਰ ਸਵਾਦ ਆਏਗਾ, ਬਾਣੀ ਪੜ੍ਹੋ ਤਾਂ ਸਹੀ ਤਾਂ ਸਵਾਦ ਆਏਗਾ, ਗੁਰੂ ਦਾ ਉਪਦੇਸ਼ ਕਮਾ ਕੇ ਤਾਂ ਦੇਖੋ ਫੇਰ ਸਵਾਦ ਆਏਗਾ ਨਾ, ਗੱਲਾਂ ਨਾਲ ਨਹੀਂ ਕੁਝ ਬਣਨਾ ਹੈਗਾ। ਸੋ ਇਸੇ ਤਰ੍ਹਾਂ ਹੀ ਜਿਹੜੇ ਹਨ ਅੱਜ ਕੱਲ੍ਹ ਜਿਹੜੀ ਇਹ ਦੁਨੀਆ ਦੀ ਰਵਾਇਤ ਹੈ ਨਾ, ਇਹ ਕਾਰਪੋਰੇਟ ਲਾਈਫ ਜਿਹੜੀ ਆ ਨਾ, ਇਹਨੇ ਬੰਦੇ ਦਾ ਸਭ ਕੁਝ ਖਰਾਬ ਕਰਤਾ ਹੈ। ਕਾਰਪੋਰੇਟ ਬੰਦੇ ਜਿਹੜੇ ਹੁੰਦੇ ਆ ਨਾ, ਉਹ ਜਦੋਂ ਵੀ ਕਿਤੇ ਜਾਂਦੇ ਆ ਨਾ, ਉਹਨਾਂ ਦੀ ਇੱਕ ਨਵੀਂ ਚੀਜ਼ ਹੁੰਦੀ ਆ, ਉਹ ਆਪਣੇ ਆਪ ਨੂੰ ਪੋਰਟਰੇਟ ਕਰਾਉਂਦੇ, ਯੂ ਹੈਵ ਟੂ ਡੂ ਦਿਸ, ਆਹ ਕਰੀਏ ਜੀ ਉਹ ਕਰੀਏ। ਪਰ ਕਾਰਪੋਰੇਟ ਲਾਈਫ ਦੇ ਵਿੱਚ ਇੱਕ ਗੱਲ ਮਿਸਿੰਗ ਹੈ, ਜਿਹੜਾ ਹੈ ਉਹ ਕੀ ਹੈ, ਜੋ ਤੁਸੀਂ ਕਹਿ ਰਹੇ ਹੋ ਤੁਹਾਨੂੰ ਕਮਾਉਣ ਦੀ ਲੋੜ ਨਹੀਂ, ਤੁਸੀਂ ਕਹਿਣਾ ਹੀ ਹੈ, ਤੁਸੀਂ ਲੋਕਾਂ ਨੂੰ ਮੋਟੀਵੇਟ ਕਰਨਾ, ਭਾਵੇਂ ਤੁਹਾਨੂੰ ਗਾਲਾਂ ਹੀ ਖਾ ਕੇ ਆਏ ਹੋਣ ਤੁਸੀਂ ਘਰੋਂ, ਤੇ ਘਰ ਜਾ ਕੇ ਫਿਰ ਤੁਸੀਂ ਗਾਲਾਂ ਖਾਣੀਆਂ ਹੋਣ, ਪਰ ਲੋਕਾਂ ਨੂੰ ਮੋਟੀਵੇਟ ਕਰਨਾ ਜੀ, ਹਾਂਜੀ ਤੁਸੀਂ ਆਪ ਕਮਾਉਣ ਦੀ ਲੋੜ ਨਹੀਂ ਤੁਹਾਨੂੰ। ਅਵਰ ਉਪਦੇਸ਼ ਹੈ ਆਪ ਨਾ ਕਰੇ ਆਵਤ ਜਾਵਤ ਜਨਮੇ ਮਰੇ, ਇਹ ਕਾਰਪੋਰੇਟ ਲਾਈਫ 'ਚ ਹੈ ਨਹੀਂ, ਤੁਸੀਂ ਤਾਂ ਦਿਖਾਉਣਾ ਹੀ ਆ। ਹਾਂਜੀ ਇਹ ਜਿਹੜੀ ਚੀਜ਼ ਹੈ ਆਪਣੀ ਸੋਸਾਇਟੀ ਆਪਣੇ ਧਰਮ ਤੱਕ ਵੀ ਆ ਗਈ ਹੈ। ਲੋਕੀ ਕਹਿੰਦੇ ਆ ਜੀ ਗੁਰਦੁਆਰੇ 'ਚ ਚੰਗਾ ਲੈਕਚਰ ਕਰੋ, ਘਰ ਜਾ ਕੇ ਭਾਵੇਂ ਤੁਹਾਨੂੰ ਲੈਕਚਰ ਪਵੇ,
ਕੋਈ ਗੱਲ ਨਹੀਂ ਤੇ ਗੁਰਦੁਆਰੇ 'ਚ ਚੰਗਾ ਲੈਕਚਰ ਕਰੋ ਜੀ, ਯਾਦ ਕਰਕੇ 2-3 ਪੰਕਤੀਆਂ ਨੂੰ ਸੋਹਣਾ ਲੈਕਚਰ ਕਰ ਦਿਓ, ਲੋਕਾਂ ਨੂੰ ਖੁਸ਼ ਕਰ ਦਿਓ। ਹਾਂਜੀ, ਪਰ ਤੁਹਾਨੂੰ ਕਮਾਉਣ ਦੀ ਲੋੜ ਨਹੀਂ ਹੈਗੀ। ਮੱਖਣ ਖਾਏ ਨਾ ਨੀਰ ਬਲੋਵੈ। ਹਾਂ, ਕਹਿ ਲਗੇ ਦੇਖੋ ਮੱਖਣ ਖਾਏ ਨਾ ਨੀਰ ਬਲੋਵੈ। ਕਹਿੰਦੇ ਜਿਹਨੇ ਮੱਖਣ ਖਾਣਾ ਹੋਵੇ ਉਹ ਪਾਣੀ ਨੂੰ ਰਿੜਕੀ ਜਾਵੇ, ਪਾਣੀ ਵਿੱਚੋਂ ਤਾਂ ਨਹੀਂ ਨਾ ਮੱਖਣ ਨਿਕਲਣਾ। ਸੋ ਇਸ ਕਰਕੇ ਗੱਲਾਂ ਨਾਲ ਨਹੀਂ ਕੁਝ ਬਣਨਾ। ਜਿਹੜਾ ਹਨ ਉਹ ਜੋ ਗੁਰਬਾਣੀ ਕਹਿੰਦੀ ਹੈ, ਜੋ ਗੁਰੂ ਕਹਿੰਦਾ ਉਹਨੂੰ ਕਮਾਉਣਾ ਵੀ ਪੈਣਾ ਹੈ। ਯੂ ਨੀਡ ਟੂ ਪ੍ਰੈਕਟਿਸ, ਉਹਨੂੰ ਪ੍ਰੈਕਟਿਸ ਕਰਨਾ ਪੈਂਦਾ। ਯੂ ਹੈਵ ਟੂ ਰੀਅਲਾਈਜ਼, ਜਿਹੜਾ ਰੀਅਲਾਈਜੇਸ਼ਨ ਇਹ ਇਸੇ ਕਰਕੇ ਆਉਂਦਾ ਹੈ, ਗੱਲਾਂ ਨਾਲ ਨਹੀਂ ਕੰਮ ਬਣਨਾ। ਸੋ ਇਸੇ ਕਰਕੇ ਜਿਹੜੀਆਂ ਹਨ ਕਈ ਲੋਕ ਅੱਜ ਕੱਲ੍ਹ ਟਵਿੱਟਰ ਤੇ WhatsApp ਤੇ ਈਮੇਲ ਤੇ ਬੜੇ ਹੀਰੋ ਬਣੇ ਫਿਰਦੇ ਨੇ, ਬੜੀਆਂ ਗਰੁੱਪਾਂ ਬਣਾ ਕੇ ਇੱਕ ਦੂਜੇ ਨੂੰ ਵਡਿਆਈ ਜਾਂਦੇ ਨੇ, ਇੱਕ ਦੂਜੇ ਦੀਆਂ ਗੱਲਾਂ ਕਰੀ ਜਾਂਦੇ, ਯਾਰ ਦਿਸ ਇਜ਼ ਰਾਈਟ, ਦੈਟ ਇਜ਼ ਰੋਂਗ। ਉਹ ਆਪੇ ਬਣੇ ਹੋਏ ਆ। ਹਰ ਇੱਕ ਬੰਦਾ ਜਿਹੜਾ ਬੈਠਾ ਕਰੇ ਉਹ ਇਹ ਸਮਝਦਾ ਮੈਂ ਅਕਾਲ ਤਖਤ ਦਾ ਜਥੇਦਾਰ ਬਣ ਗਿਆ ਜਾਂ ਪੰਜ ਤਖਤਾਂ ਦਾ ਜਥੇਦਾਰ ਆ, ਮੈਂ ਹੁਣ ਫੈਸਲਾ ਮੈਂ ਹੀ ਕਰਨਾ ਹੈ। ਸਾਰੇ ਬਣੇ ਫਿਰਦੇ ਨੇ, ਸਾਰੇ ਇੱਕ ਦੂਜੇ ਨੂੰ ਜਿਹੜਾ ਹਨ ਬਸ ਇੱਕ ਦੂਜੇ ਨੂੰ ਹੌਸਲਾ ਕਰੀ ਜਾਂਦੇ, ਕੋਈ ਝਗੜੀ ਜਾਂਦਾ, ਕੋਈ ਕਰੀ ਜਾਂਦਾ। ਉਹ ਆਪਣੀ ਮਰਜ਼ੀ ਹੈ, ਪਰ ਸਭ ਕੁਝ ਮਨਮੁਖਤਾ ਹੈ। ਇਹ ਮਨਮੁਖਤਾ ਤੇ ਖੜੇ, ਕਿਉਂਕਿ ਆਪਾਂ ਵਿੱਚ ਇਹ ਰਾਈਟ ਹੀ ਨਹੀਂ ਆਪ ਕੁਝ ਕਹਿਣ ਦਾ। ਜੋ ਗੁਰੂ ਨੇ ਕੀਤਾ ਉਹ ਆਪਾਂ ਮੰਨਣਾ ਹੈ, ਜੋ ਗੁਰੂ ਨੇ ਕਿਹਾ ਆਪਾਂ ਮੰਨਣਾ ਤੇ ਕਮਾਉਣਾ ਹੈ। ਤੇ ਸਿੱਖੀ ਤੁਸੀਂ ਆਪਣੇ ਵਾਸਤੇ ਕਮਾਉਣੀ ਹੈ, ਕਿਸੇ ਵਾਸਤੇ ਨਹੀਂ। ਇਹ ਨਾ ਕਿਤੇ ਵੀ ਸੋਚਿਓ ਮੈਂ ਕਿਸੇ ਵਾਸਤੇ ਕਰਨੀ ਹੈ, ਨਹੀਂ, ਤੁਸੀਂ ਆਪਣੇ ਵਾਸਤੇ ਕਰਨੀ ਆ। ਕਰ ਲੂੰਗੇ ਤਾਂ ਫਾਇਦਾ ਹੋ ਜਾਏਗਾ, ਨਹੀਂ ਕਰੋਗੇ ਤਾਂ ਯੂ ਆਰ ਦ ਲੌਸ, ਨੋਬਡੀ ਐਲਸ ਵਿਲ ਲੂਜ਼, ਯੂ ਆਰ ਗੋਇੰਗ ਟੂ ਬੀ ਲੂਜ਼ਿੰਗ ਯੋਰਸੈਲਫ। ਗੱਲ ਇਹੀ ਹੈ, ਕਿਉਂਕਿ ਮਰ ਕੇ ਤੁਸੀਂ ਨਰਕਾਂ ਨੂੰ ਜਾਣਾ ਨਾ, ਹੋਰ ਕਿਸੇ ਨੇ ਥੋੜ੍ਹੋ ਜਾਣਾ। ਤੁਸੀਂ ਜਿਹੜਾ ਆਪਣਾ ਕੀਤਾ ਹੋਇਆ ਕੰਮ ਤੁਸੀਂ ਭੋਗਣਾ ਹੈ। ਐਂਡ ਆਫ ਦ ਡੇ ਯੂ ਪੇ ਵਾਟ ਯੂ, ਜਿਹੜਾ ਯੂ ਸੋ ਨਾ, ਉਹੀ ਤਾਂ ਤੁਹਾਨੂੰ ਮਿਲਣਾ ਹੈ। ਜੋ ਬੀਜ ਲਓ ਤੁਸੀਂ ਉਹੀ ਖਾਣਾ ਹੈ। ਇਹ ਗੱਲ ਸਮਝਣ ਦੀ ਲੋੜ ਹੈ। ਯੂ ਡੋਂਟ ਹੈਵ ਟੂ ਬੀ ਆਨਸਰੇਬਲ ਜਿਹੜੇ ਹਨ ਟੂ ਦ ਵਰਲਡ, ਬਟ ਯੂ ਆਨਸਰੇਬਲ ਟੂ ਯੋਰ ਗੁਰੂ। ਗੁਰੂ ਤੇ ਪਰਮੇਸ਼ਰ ਨਾਲ ਤੁਸੀਂ ਆਨਸਰੇਬਲ ਹੋ ਭਾਈ, ਆਪਣੇ ਆਪ ਨਾਲ ਤੁਰਤਫੁਲ ਰਹੋ। ਜਿਹੜਾ ਹਨ ਦੂਜਿਆਂ ਨੂੰ ਦਿਖਾਉਣ ਦੀ ਕੋਈ ਲੋੜ ਨਹੀਂ। ਨੋਬਡੀ ਇਜ਼ ਗੋਇੰਗ ਟੂ ਹੈਲਪ ਯੂ ਔਰ ਅਪਰੀਸ਼ੀਏਟ ਯੂ, ਨੋ, ਇਟਸ ਓਨਲੀ ਗॉड। when you appreciate God, the world will appreciate you। ਹਰ ਕਾ ਪਿਆਰਾ ਸੋ ਸਭਨਾ ਕਾ ਪਿਆਰਾ। ਗੱਲੀ ਤ੍ਰਿਪਤ ਨ ਹੋਵਈ, ਖੰਡ ਖੰਡ ਕਰ ਸਾਉ ਨ ਭੋਵੈ, ਮੱਖਣ ਖਾਏ ਨਾ ਨੀਰ ਬਲੋਵੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।